30 ਦਿਨਾਂ ਦੇ ਅੰਦਰ ਪੈਸੇ ਡਬਲ। ਕੁਰਬਾਨੀ ਦੇ ਬੱਕਰੇ ਵੇਚੋ ਔਰ ਲੱਖਾਂ ਰੁਪਏ ਕਮਾਓ। ਇਹਦੇ ਵਿੱਚ ਕਿੰਨੀ ਕੁ ਹਕੀਕਤ ਹੈ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। अस्सलाम वालेकुम ਵੀਰੋ ਤੇ ਭਰਾਓ, ਸੋਹਣਿਓ ਤੇ ਚੰਮਕਣੋ, ਬੁੱਢਿਓ ਤੇ ਜਵਾਨੋ। ਵੈਲਕਮ ਕਰਨੇ ਆ ਤੁਹਾਡੇ ਆਪਣੇ ਇਸ YouTube ਚੈਨਲ ਤੇ ਜਿਹਦਾ ਨਾਮ ਹੈ ਪੈਸ਼ਨ ਹੀ ਪ੍ਰੋਫੈਸ਼ਨ। ਵੀਰੋ ਅੱਜ ਦੀ ਵੀਡੀਓ 'ਚ ਅਸੀਂ ਗੱਲ ਕਰਨੀ ਹੈ ਕਿ ਕੁਰਬਾਨੀ ਦਾ ਸੀਜ਼ਨ ਆ ਗਿਆ ਹੈ, ਬਿਲਕੁਲ ਨਜ਼ਦੀਕ, ਥੋੜੇ ਜਿਹੇ ਦਿਨ ਰਹਿ ਗਏ ਨੇ। ਔਰ ਇਹਦੇ ਵਿੱਚ ਜਿਹੜਾ ਟ੍ਰੈਂਡ ਚੱਲਿਆ ਹੋਇਆ ਹੈ ਕਿ ਜੀ ਵਪਾਰੀ ਹਜ਼ਰਾਤ ਦੀਆਂ ਬੜੇ ਸਾਰੇ ਭਰਾ ਜਿਹੜੇ ਇਸ ਮੁੱਲ ਤੇ ਵੀਡੀਓ ਬਣਾਉਣ ਡੇ ਨੇ ਜੀ 30 ਦਿਨਾਂ 'ਚ ਤੁਹਾਡੇ ਪੈਸੇ ਡਬਲ ਹੋ ਜਾਣਗੇ, ਕੁਰਬਾਨੀ ਦੇ ਬੱਕਰੇ ਵੇਚੋ। ਯਾਰ ਮੇਰੀ ਗੱਲ ਸੁਣੋ, ਮੁੱਕਦੀ ਗੱਲ ਹੈ ਕਿ ਭਰਾਓ 30 ਦਿਨਾਂ 'ਚ ਬੱਕਰਾ ਫਾਰਮਿੰਗ ਕੋਈ ਡਬਲ ਸ਼ਾਹ ਨਹੀਂ ਬੈਠਾ ਹੋਇਆ ਕਿ ਜਿਹਨੇ 30 ਦਿਨਾਂ 'ਚ ਤੁਹਾਡੇ ਪੈਸੇ ਡਬਲ ਕਰਕੇ ਤੁਹਾਨੂੰ ਦੇ ਦੇਣੇ ਨੇ। ਇਹਦੇ ਵਿੱਚ ਕਿੰਨੀਆਂ ਕੁ ਸੱਚਾਈਆਂ ਨੇ, ਕੀ ਹਕੀਕਤ ਹੈ, ਅੰਦਰ ਦੀਆਂ ਗੱਲਾਂ ਅਸੀਂ ਤੁਹਾਡੇ ਨਾਲ ਖੋਲ ਕੇ ਦੱਸਾਂਗੇ ਤੁਹਾਨੂੰ ਸਾਰੀਆਂ। ਲਿਹਾਜ਼ਾ ਅਗਰ ਤੁਸੀਂ ਇਹ ਕਾਰੋਬਾਰ ਕਰਨਾ ਚਾਹੁੰਦੇ ਹੋ, ਬੱਕਰਾ ਫਾਰਮਿੰਗ ਕਰਨਾ ਚਾਹੁੰਦੇ ਹੋ, ਕੁਰਬਾਨੀ ਦੇ ਬੱਕਰੇ ਸੇਲ ਕਰਕੇ ਪ੍ਰੋਫਿਟ ਕਮਾਉਣਾ ਚਾਹੁੰਦੇ ਹੋ, ਤੇ ਇਹ ਵੀਡੀਓ ਨੂੰ ਐਂਡ ਤੱਕ ਵੇਖਿਓ। ਇਹਦੇ ਵਿੱਚ ਮੁਕੰਮਲ ਅੱਜ ਅਸੀਂ ਤੁਹਾਨੂੰ ਡਿਟੇਲ ਦੱਸਾਂਗੇ, ਕੈਲਕੂਲੇਟਰ ਦੇ ਨਾਲ ਪੂਰੀ ਡਿਟੇਲ ਚਾਰਟ ਬਣਾ ਕੇ ਤੁਹਾਨੂੰ ਦੇਵਾਂਗੇ ਕਿ ਤੁਹਾਨੂੰ ਇਹਦੇ ਵਿੱਚ ਕਿਸ ਹੱਦ ਤੱਕ ਪ੍ਰੋਫਿਟ ਹੋ ਸਕਦੀ ਹੈ, ਕੀ ਨੁਕਸਾਨਾਤ ਹੋ ਸਕਦੇ ਨੇ, ਕੀ ਤਰੀਕਾਕਾਰ ਹੈ ਇੱਦਾਂ ਕਰਨ ਦਾ। ਮੁਕੰਮਲ ਡਿਟੇਲ ਤੁਹਾਨੂੰ ਇਸ ਵੀਡੀਓ 'ਚ ਮਿਲੇਗੀ। ਲਿਹਾਜ਼ਾ ਵੀਡੀਓ ਨੂੰ ਐਂਡ ਤੱਕ ਦੇਖੋ। ਅਗਰ ਵੀਡੀਓ ਅੱਛੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਕੇ ਦੂਸਰੇ ਭਰਾਵਾਂ ਤੱਕ ਵੀ ਸ਼ੇਅਰ ਕਰਿਓ ਤਾਂ ਕਿ ਉਹਨਾਂ ਦਾ ਵੀ ਭਲਾ ਹੋ ਸਕੇ। ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਅਗਲੀ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। ਬੇਸਿਕਲੀ ਇਹ ਜਿਹੜੀ 30 ਦਿਨ ਦੀ ਫਾਰਮਿੰਗ ਇਹਨੂੰ ਬੋਲਿਆ ਜਾਂਦਾ ਹੈ ਫੈਟਨਿੰਗ ਫਾਰਮਿੰਗ। ਇਹਦੇ ਵਿੱਚ ਤੁਸੀਂ ਤਿਆਰ ਬੱਕਰੇ ਲੈ ਕੇ ਆਣੇ ਹੁੰਦੇ ਨੇ, ਉਹਨਾਂ ਦੀ 30 ਦਿਨ ਤੁਸੀਂ ਟਹਿਲ ਸੇਵਾ ਕਰਨੀ ਹੈ। 30 ਦਿਨ ਬਾਅਦ ਈਦ ਤੇ ਤੁਸੀਂ ਸੇਲ ਕਰਨੇ ਨੇ ਔਰ ਉਹਨਾਂ ਦੀ ਜਿਹੜੀ ਤੁਸੀਂ ਟਹਿਲ ਸੇਵਾ ਕੀਤੀ ਹੈ, ਸਿਹਤ ਉਹਨਾਂ ਦੀ ਵਧੀ, ਉਹਨਾਂ ਦਾ ਵੇਟ ਗੇਨ ਹੋਇਆ, ਉਹਦੇ ਸਿਰ ਤੇ ਹੀ ਤੁਹਾਨੂੰ ਪ੍ਰੋਫਿਟ ਮਾਰਜਨ ਆਉਣਾ। ਠੀਕ ਹੈ। ਇਹਦੇ ਵਿੱਚ ਬੇਸਿਕਲੀ ਇਹ ਜਿਹੜੀ ਫਾਰਮਿੰਗ ਹੈ ਇਹ ਭਰਾਓ ਵੇ ਉਹਨਾਂ ਲੋਕਾਂ ਵਾਸਤੇ ਕਿ ਜਿਨ੍ਹਾਂ ਕੋਲ ਵੱਡੀ ਇਨਵੈਸਟਮੈਂਟ ਮੌਜੂਦ ਹੈ। ਠੀਕ ਹੈ। ਜਿਹੜੇ ਕਿ ਕਹਿ ਲਓ ਕਿ ਜ਼ਿਆਦਾ ਨਗ ਖਰੀਦ ਸਕਦੇ ਨੇ। 2 4 5 ਬੱਕਰੇ ਖਰੀਦ ਕੇ ਤੁਸੀਂ ਇਹਦੇ ਵਿੱਚ ਕੁਛ ਵੀ ਨਹੀਂ ਬਚਾ ਸਕਦੇ। ਠੀਕ ਹੈ। ਇਹਦੇ ਵਾਸਤੇ ਇਹ ਵੇ ਕਿ ਜਿਹਦੇ ਕੋਲ ਵੱਡਾ ਇਨਵੈਸਟਮੈਂਟ ਹੈ, ਉਹ ਬੰਦਾ ਜਿੱਥੇ ਜਨਾਬ ਉਹ ਫਾਰਮ ਤੇ ਵਗੈਰਾ ਅੱਗੇ ਪਿੱਛੇ ਜਾਂ ਮੰਡੀਆਂ 'ਚ ਜਾਏ, ਜਾ ਕੇ ਉੱਥੋਂ ਪੂਰੀ ਇਕੱਠੀ ਲਾਟ ਚੁੱਕੇ ਜਿਹਦੇ ਵਿੱਚ 50 ਜਾਂ 70 ਜਾਂ 100 ਜਿੰਨਾ ਇੰਨੇ ਨਗ ਬੱਕਰਿਆਂ ਦੇ ਹੋਣ, ਫਿਰ ਤੁਰ ਕੇ ਵੇਖ ਕੇ ਸਿਹਤਮੰਦ ਬੱਕਰੇ ਹੋਣ ਸਾਰੇ, ਉਹ ਜਨਾਬ ਉਹਨਾਂ 'ਚ ਕਿਸੇ ਕਿਸਮ ਦਾ ਕੋਈ ਐਬ ਬੈਲ ਨਾ ਹੋਏ, ਉਂਝ ਦੇ ਨਗ ਚੁਣ ਕੇ ਵਿੱਚ ਤੁਸੀਂ ਪੂਰੀ ਗੱਡੀ ਲੈ ਕੇ ਆਓ। ਠੀਕ ਹੈ। ਉਹ ਅਗਰ ਤੁਸੀਂ ਇੰਝ ਪੂਰੀ ਲਾਟ ਚੁੱਕੋਗੇ ਤੇ ਉਹਦੇ ਵਿੱਚ ਉਸ ਤੋਂ ਤੁਹਾਨੂੰ ਬੱਕਰਾ ਪੈ ਜਾਏਗਾ ਤਕਰੀਬਨ, ਕਹਿ ਲਓ ਕਿ ਜੋ ਹੁਣ ਇਸ ਟਾਈਮ ਮਾਰਕੀਟ ਚੱਲਦੀ ਉਹਦੇ ਮੁਤਾਬਕ ਕਹਿ ਲਓ ਕਿ ਕੋਈ 70 75 ਹਜ਼ਾਰ ਦੇ ਰਾਊਂਡ ਅਬਾਊਟ ਉਹ ਬੱਕਰਾ ਜਿਹੜਾ ਕੋਈ 35 ਤੋਂ 40 ਕਿਲੋ ਦਾ ਇਸ ਟਾਈਮ ਮੌਜੂਦ ਹੈ, ਉਹ ਬੱਕਰਾ ਤੁਹਾਨੂੰ ਇੰਨੇ ਦਾ ਮਿਲ ਸਕਦਾ। ਉਹਨੂੰ ਤੁਸੀਂ ਲੈ ਕੇ ਆਉਂਦੇ ਹੋ, ਲਿਆ ਕੇ ਉਹਨੂੰ ਤੁਸੀਂ ਫਾਰਮ ਤੇ ਜਦੋਂ ਲਿਆਉਂਦੇ ਹੋ, ਫਿਰ ਅੱਗੋਂ ਦੂਸਰਾ ਉਹਦਾ ਪ੍ਰੋਸੈਸ ਪਹਿਲਾਂ ਫਾਰਮ ਤੇ ਪ੍ਰੋਸੈਸ ਲਿਆਉਣ ਦਾ ਹੋ ਗਿਆ। ਤੁਸੀਂ ਬੱਕਰੇ ਖਰੀਦੇ ਲੈਣ ਦੇ, ਉਹ ਫੀ ਬੱਕਰਾ ਜਿਹੜਾ ਜੋ ਤੁਸੀਂ ਅਗਰ ਇੰਨੇ ਬੱਕਰੇ ਲੈਂਦੇ ਹੋ, ਗੱਡੀ ਪੂਰੀ ਲੈਂਦੇ ਹੋ, ਤੇ ਉਹ ਤੁਹਾਨੂੰ ਫੀ ਬੱਕਰਾ ਜਿਹੜਾ 70 ਤੋਂ 75 ਹਜ਼ਾਰ ਦਾ ਪੈਣਾ। ਦੂਸਰੇ ਨੰਬਰ ਤੇ ਉਹ ਗੱਲ ਆ ਜਾਣੀ ਹੈ ਕਿ ਉਹਦੇ ਚਾਰੇ ਦੇ ਬੰਦੋਬਸਤ ਕਿ ਤੁਸੀਂ ਫਾਰਮ ਤੇ ਲਿਆ ਕੇ ਉਹਨੂੰ ਸਾਰੀ ਗੱਲ ਵੰਡਾ ਵੀ ਪਾਉਣਾ, ਚੋਕਰ ਸਬਲ ਚਾਰਾ, ਉਹਦੀ ਟਹਿਲ ਸੇਵਾ ਕਰਨੀ ਹੈ ਪੂਰਾ 1 ਮਾਹ 30 ਦਿਨ। ਉਹ 30 ਦਿਨ ਦੀ ਜਿਹੜਾ ਉਹਦਾ ਅਖਰਾਜਾਤ ਨੇ ਵੰਡੇ ਦੇ ਪੱਠਿਆਂ ਦੇ, ਉਹ ਅਗਰ ਉਸ ਦਿਨ ਕੱਢੀਏ ਤਾਂ ਪਰ ਬੱਕਰਾ ਤਕਰੀਬਨ 8000 ਰੁਪਏ ਦੇ ਅਖਰਾਜਾਤ ਬਣਦੇ ਨੇ ਫੀ ਬੱਕਰੇ ਦੇ। ਉਹ ਯਾਨੀ ਕਿ ਤੁਹਾਨੂੰ ਬਣ ਗਿਆ ਕਹਿ ਲਓ ਕਿ 70 ਹਜ਼ਾਰ ਦਾ ਬੱਕਰਾ ਤੁਹਾਨੂੰ ਮਿਲਿਆ, 8000 ਰੁਪਇਆ ਹੋ ਗਿਆ, ਟੋਟਲ ਹੋ ਗਿਆ 78000। ਤੀਸਰੇ ਨੰਬਰ ਤੇ ਤੁਸੀਂ ਉਹਦੇ ਤੋਂ ਕੀ ਪ੍ਰੋਟੋਕੋਲ ਲਗਾਉਣਾ ਹੈ, ਉਹਨੂੰ ਤੁਸੀਂ ਮੈਡੀਕੇਸ਼ਨ ਵਗੈਰਾ ਕਰਨੀ, ਯਾਨੀ ਕਿ ਜਦੋਂ ਤੁਸੀਂ ਸਾਰੀ ਗੱਲ ਬੱਕਰਾ ਲੈ ਕੇ ਆਉਣਾ ਉਹਦੀ ਤੁਹਾਡੀ ਵਰਮਿੰਗ ਵੀ ਕਰਨੀ ਹੈ। ਫਿਰ ਉਸ ਤੋਂ ਬਾਅਦ ਤੁਸੀਂ ਉਹਨੂੰ 30 ਦਿਨ ਦੇ ਅੰਦਰ ਅੰਦਰ ਅਗਰ ਉਹਦਾ ਵੇਟ ਗੇਨ ਕਰਾਉਣਾ, ਪ੍ਰੋਫਿਟ ਵੀ ਲੈਣੀ ਹੈ, ਫਿਰ ਉਹਦੇ ਵਾਸਤੇ ਤੁਹਾਨੂੰ ਉਹਨੂੰ ਸਪਲੀਮੈਂਟ ਵੀ ਦੇਣੇ ਪੈਣੇ, ਵਿਟਾਮਿਨ ਵਗੈਰਾ ਉਹਦੇ ਪੂਰੇ ਕਰਨੇ ਪੈਣੇ ਨੇ। ਉਹ ਪੂਰੇ ਕਰਨ ਦਾ ਤੇ ਡਿਵਰਮਿੰਗ ਵਗੈਰਾ ਦਾ ਤੁਹਾਡਾ ਫੀ ਇਹ ਸਾਰੇ ਪ੍ਰੋਟੋਕੋਲ ਪੂਰੇ ਕਰਨ ਤੋਂ ਬਾਅਦ 30 ਦਿਨ ਸੇਵਾ ਕਰਨ ਤੋਂ ਬਾਅਦ ਉਹ ਅਖਰਾਜਾਤ ਜਿਹੜੇ ਨੇ ਸਾਰੇ ਮਿਲਾ ਕੇ ਤੁਹਾਨੂੰ ਜਿਹੜਾ ਬੱਕਰਾ ਪੈਣਾ ਹੈ ਇਸੇ ਸੇਲ ਕਰਨ ਤੋਂ ਪਹਿਲਾਂ ਉਹਦੀ ਕਾਸਟ ਕੀ ਹੋਣੀ ਹੈ ਕਿ ਉਹ ਤੁਹਾਡਾ ਬਣ ਜਾਣਾ ਤਕਰੀਬਨ 80000 ਰੁਪਏ ਦਾ ਫੀ ਬੱਕਰਾ ਤੁਹਾਨੂੰ ਪੈਣਾ। ਈਦ ਤੇ ਉਹੀ ਬੱਕਰਾ ਜਿਹੜਾ ਹੈ ਉਹ ਵੇਟ ਗੇਨ ਕਰਕੇ ਕਹਿ ਲਓ ਕਿ 1 ਮਹੀਨੇ ਦੇ ਅੰਦਰ ਅੰਦਰ ਇਹ ਪ੍ਰੋਟੋਕੋਲ ਲਗਾ ਕੇ ਉਹਦਾ ਤਕਰੀਬਨ ਕਹਿ ਲਓ ਤੁਸੀਂ 8 ਤੋਂ 10 ਕਿਲੋ ਵੇਟ ਗੇਨ ਹੋ ਚੁੱਕਿਆ ਹੁਣ। ਠੀਕ ਹੈ। ਉਹੀ ਬੱਕਰਾ ਤੁਹਾਡਾ ਈਦ ਤੇ ਜਾ ਕੇ ਜਿਹੜਾ ਤੁਹਾਨੂੰ ਪਿਆ 80000 ਰੁਪਏ ਦਾ, ਸਕੂਨ ਨਾਲ ਈਜ਼ੀਲੀ ਤੁਹਾਡਾ 90 95 1 ਤੱਕ ਵੀ ਵਿੱਚ ਕਈ ਨਾ 1 ਪਲੱਸ ਵੀ ਜਾਣ। ਲੇਕਿਨ ਉਸ ਦਿਨ ਅਗਰ ਗੱਲ ਕਰੀਏ ਤਾਂ ਤੁਹਾਡਾ 95000 ਰੁਪਏ ਦਾ ਫੀ ਬੱਕਰਾ ਸੇਲ ਹੋਣਾ। ਠੀਕ ਹੈ। ਬੱਕਰੇ ਪਿੱਛੇ ਤੁਹਾਨੂੰ ਕਿੰਨੇ ਬਚ ਕੇ 15000 ਰੁਪਏ, ਉਹ ਤੁਹਾਡਾ ਬਣਦਾ ਹੈ ਕਹਿ ਲਓ ਕਿ ਟੋਟਲ 20 ਤੋਂ 25% ਪ੍ਰੋਫਿਟ ਆਉਂਦਾ ਪਿਆ ਤੁਹਾਨੂੰ ਫੀ ਬੱਕਰੇ ਪਿੱਛੇ, ਅਗਰ ਤੁਸੀਂ ਲਾਟ ਪੂਰੀ ਲੈ ਕੇ ਆਉਂਦੇ ਹੋ।
ਇਹ ਹਕੀਕਤ ਇਹੋ ਹੀ ਗ੍ਰਾਫ ਹੈ, ਇਹੋ ਹੀ ਪ੍ਰੋਫਿਟ ਹੈ ਇਹਦੀ ਕਿ ਬੱਕਰੇ ਪਿੱਛੇ 10 ਤੋਂ 15,000 ਹੀ ਬਚਦਾ ਹੈ, ਠੀਕ ਹੈ। ਤੋਂ ਜ਼ਿਆਦਾ ਕੋਈ ਬਚਤ ਨਹੀਂ। ਜਿਹੜਾ ਆਖਿਆ ਜਾਂਦਾ ਹੈ ਜੀ ਪੈਸੇ ਡਬਲ ਹੋ ਜਾਣਗੇ ਜਨਾਬ, ਉਹ ਲੱਖਾਂ ਕਮਾਵੋਗੇ, ਉਂਝ ਦਾ ਕੋਈ ਚੱਕਰ ਨਹੀਂ ਜੇ ਵੀਰੋ। ਇਸ ਤਦ ਦੀ ਤੁਹਾਡੇ ਸਾਹਮਣੇ ਸਾਰੀ ਅੰਦਰ ਦੀ ਗੱਲ ਖੋਲ ਕੇ ਰੱਖ ਦਿੱਤੀ ਹੈ। ਇਹੋ ਹੀ ਤਰੀਕਾਕਾਰ ਹੈ ਇਹਦਾ, ਇਹੋ ਹੀ ਅਖਰਾਜਾਤ ਨੇ ਇਹਦੇ, ਐਨੀ ਕਿ ਇਹਦੇ 'ਚ ਪ੍ਰੋਫਿਟ ਜੇ। ਲਿਹਾਜ਼ਾ ਦੂਸਰੀ ਤਰਫ ਪ੍ਰੋਫਿਟ ਹੈ, ਲੇਕਿਨ ਅਗਰ ਦੂਸਰੀ ਤਰਫ ਨਜ਼ਰ ਮਾਰੀਏ ਤੇ ਤੁਸੀਂ ਇਹ ਵੇਖੋ ਕਿ ਬੈਂਕ ਦੇ ਵਿੱਚ ਰੱਖ ਕੇ ਇੰਟਰਸਟ ਜਿਹੜਾ ਲੈਣਾ ਹੈ ਹਰਾਮ ਹੈ। ਉਹਦੇ ਨਾਲ ਬਿਹਤਰ ਹੈ ਕਿ 30 ਦਿਨ ਦੀ ਇਨਵੈਸਟਮੈਂਟ ਕਰਕੇ ਇਹਦੇ 'ਚ ਜਾਇਜ਼ ਪ੍ਰੋਫਿਟ ਲੈ ਲਓ। 20-25% ਵੀ ਇੱਕ ਮਾਹ ਦੇ ਅੰਦਰ ਪ੍ਰੋਫਿਟ ਕੋਈ ਥੋੜੀ ਨਹੀਂ ਹੁੰਦੀ, ਠੀਕ ਹੈ। ਉਸ ਤੋਂ ਬਾਅਦ ਦੂਸਰੇ ਨੰਬਰ ਤੇ ਹੁਣ ਗੱਲ ਕਰ ਲੈਂਦੇ ਆ ਕਿ ਇਹ ਤੇ ਹੋ ਗਈ ਪ੍ਰੋਫਿਟ ਦੀ ਗੱਲ। ਨੁਕਸਾਨਾਤ ਕੀ ਨੇ ਇਹਦੇ ਵਿੱਚ? ਕਿਉਂਕਿ ਜ਼ਾਹਿਰ ਸੀ ਗੱਲ ਹੈ, ਕਾਰੋਬਾਰ ਉਹੀ ਜਾਇਜ਼ ਹੈ ਜਿਹਦੇ 'ਚ ਫਾਇਦੇ ਦੇ ਨਾਲ ਨੁਕਸਾਨ ਦਾ ਵੀ ਰਿਸਕ ਹੁੰਦਾ ਹੈ। ਜਿਹਦੇ 'ਚ ਫਾਇਦਾ ਹੀ ਫਾਇਦਾ ਉਹ ਤੇ ਕਾਰੋਬਾਰ ਹੀ ਜਾਇਜ਼ ਨਹੀਂ ਹੈ, ਠੀਕ ਹੈ। ਨੁਕਸਾਨਾਤ ਇਹਦੇ ਵਿੱਚ 3 ਤਰ੍ਹਾਂ ਦੇ ਹੁੰਦੇ ਨੇ। ਪਹਿਲਾ ਨੁਕਸਾਨ ਜਿਹੜਾ ਇਹਦੇ ਵਿੱਚ ਉਹ ਇਹ ਵੇ ਕਿ ਮੋਰਟੈਲਿਟੀ। ਫਾਰ ਐਗਜ਼ਾਮਪਲ ਤੁਸੀਂ ਬੱਕਰੇ ਲੈ ਕੇ ਆਏ ਹੋ, ਅੱਲਾ ਨਾ ਕਰੇ ਅਗਰ ਤੁਹਾਡੇ ਵਿੱਚ ਕੋਈ ਇੱਕ ਬੱਕਰਾ ਵੀ ਵਿੱਚ ਜ਼ਾਇਆ ਹੋ ਗਿਆ, ਇੱਕ ਬੱਕਰਾ ਜਿਹੜਾ ਜ਼ਾਇਆ ਹੋਣਾ ਤੁਹਾਡਾ ਕਮ ਅਜ਼ ਕਮ ਜਿਹੜਾ ਕਹਿ ਲਓ ਕਿ ਤੁਹਾਡੇ 5 ਬੱਕਰਿਆਂ ਦੀ ਪ੍ਰੋਫਿਟ ਜ਼ਾਇਆ ਜਾਣੀ। 5 ਬੱਕਰੇ ਸੇਲ ਕਰੋਗੇ ਤੇ ਇੱਕ ਬੱਕਰੇ ਦਾ ਤੁਸੀਂ ਲਾਸ ਪੂਰਾ ਕਰੋਗੇ। ਪਹਿਲੀ ਮੇਨ ਹੈ। ਐਸੇ ਵਜ੍ਹਾ ਤੋਂ ਇਹ ਗੱਲ ਕਰਨ ਲਾ ਕਿ ਜਿਹੜੇ ਬੰਦੇ ਤੇ ਇਸ ਚੀਜ਼ ਨੂੰ ਬੱਕਰਾ ਫਾਰਮਿੰਗ ਨੂੰ ਕਰਨਾ ਜਾਣਦੇ ਨੇ, ਇਹਨਾਂ ਨੂੰ ਇਹਦਾ ਇਲਮ ਹੈ। ਸਿਰਫ ਉਹ ਬੰਦੇ ਇਹਦੇ 'ਚ ਰਿਸਕ ਲਓ, ਜਾਂ ਫਿਰ ਉਂਝ ਦੇ ਬੰਦੇ ਨਾਲ ਅਟੈਚ ਹੋਵੋ ਕਿ ਜਿਹੜਾ ਅੱਗੇ ਕਰ ਰਿਹਾ ਆਲਰੇਡੀ ਔਰ ਬੜਾ ਇਮਾਨਦਾਰ ਹੈ, ਬੜੇ ਤਰੀਕੇ ਨਾਲ ਤੁਹਾਡੇ ਨਾਲ ਚੱਲੇਗਾ, ਉਹਦੇ ਨਾਲ ਤੁਸੀਂ ਇਨਵੈਸਟਮੈਂਟ ਕਰੋ। ਆਪ ਹੀ ਡਾਇਰੈਕਟ ਕਦੇ ਵੀ ਨਾ ਰਿਸਕ ਲਵੋ, ਕਿਉਂਕਿ ਇਹ ਰਿਸਕ ਹੈ ਬੜਾ ਵੱਡਾ, ਠੀਕ ਹੈ। ਕਿਉਂਕਿ ਜਾਨਦਾਰ ਸਾਰੀ ਗੱਲ ਹੈ, ਅਭੀ ਨਬੀ ਹਰ ਜਾਨਵਰ ਨਾਲ ਜਾਨਦਾਰ ਨਾ ਬਣ ਜਾਂਦੀ, ਜਾਨਦਾਰ ਨਾ ਬਣਦੀ, ਠੀਕ ਹੈ। ਦੂਸਰੀ ਜਿਹੜੀ ਮੇਨ ਵਜ੍ਹਾ ਨੁਕਸਾਨ ਦੀ ਉਹ ਕੀ ਹੈ ਕਿ ਜਦੋਂ ਤੁਸੀਂ ਲੈ ਕੇ ਆਉਣਾ ਬੱਕਰਿਆਂ ਨੂੰ, ਉਹਨਾਂ ਦਾ ਵੇਟ ਗੇਨ ਜਿਹੜਾ ਹੁੰਦਾ ਸਟ੍ਰੈਸ ਦੀ ਵਜ੍ਹਾ ਤੋਂ ਵੇਟ ਸੁੱਟ ਦਿੰਦਾ ਬੱਕਰਾ ਆਪਣਾ। ਉਹ ਵੀ ਤੁਹਾਨੂੰ ਫਿਰ ਉਹਦੀ ਐਕਸਟਰਾ ਟਹਿਲ ਸੇਵਾ ਕਰਨੀ ਪੈਂਦੀ ਬੜੇ ਤਰੀਕੇ ਕਾਰ ਨਾਲ। ਉਹਨੂੰ ਉਹਦੇ ਪ੍ਰੋਟੋਕੋਲ ਵੇਖਣੇ ਪੈਂਦੇ ਨੇ, ਤੁਹਾਨੂੰ ਚੈੱਕ ਕਰਨਾ ਪੈਣਾ ਕਿ ਜੋ ਹਾਂ ਤੂੰ ਪਿਆ ਸੀ ਉਦੋਂ ਉਹਦਾ ਵੇਟ ਕੀ ਸੀ, ਫਾਰਮ ਤੇ ਹੁਣ ਤੱਕ ਉਹਦਾ ਵੇਟ ਕੀ ਰਹਿ ਗਿਆ, ਹੁਣ ਮੈਂ ਕਿਹੜੇ ਪ੍ਰੋਟੋਕੋਲ ਦਾਂਗਾ ਕਿ ਇੱਕ ਮਾਹ ਦੇ ਅੰਦਰ ਅੰਦਰ ਇਹਦਾ ਵੇਟ ਪਲੱਸ ਚਲਾ ਜਾਏਗਾ, ਮੈਨੂੰ ਕੁਛ ਨਾ ਕੁਛ ਦੇ ਕੇ ਜਾਏ ਪ੍ਰੋਪਰ, ਠੀਕ ਹੈ। ਤੀਸਰੀ ਔਰ ਮੇਨ ਵਜ੍ਹਾ ਜਿਹੜੀ ਹੈ ਉਹ ਫਿਰ ਟੁਰ ਕੇ ਮੰਡੀਆਂ 'ਚ ਜਾਂ ਤੁਸੀਂ ਫਾਰਮਾਂ 'ਚ ਜਾਣਾ ਹੈ, ਉੱਥੇ ਤੁਸੀਂ ਵੇਖਣਾ ਹੈ ਕਿ ਬੱਕਰਾ ਤੁਸੀਂ ਖਰੀਦਿਆ ਕਿਹੜਾ। ਅਗਰ ਤੁਸੀਂ ਉੱਥੇ ਕੋਈ ਬੱਕਰਾ ਮਹਿੰਗਾ ਖਰੀਦ ਲੈਂਦੇ ਹੋ, ਉਹਦੇ 'ਚ ਜਿੰਨਾ ਤੁਸੀਂ ਮਹਿੰਗਾ ਖਰੀਦੋਗੇ ਸਾਰੀ ਗੱਲ ਉਹਨਾਂ ਤੁਹਾਡਾ ਪ੍ਰੋਫਿਟ ਮਾਰਜਨ ਘਟੇਗਾ। ਉਹ ਵੀ ਚੀਜ਼ ਤੁਸੀਂ ਬੜੇ ਗੌਰ ਨਾਲ ਖਰੀਦਦੇ ਆ ਵੀ ਤੁਸੀਂ ਆਪਣਾ ਪ੍ਰੋਫਿਟ ਮਾਰਜਨ ਮੱਦੇ ਨਜ਼ਰ ਰੱਖਦੇ ਆ ਤੁਸੀਂ ਜਿਹੜਾ ਨਾ ਉਹਦੇ ਕੋਲੋਂ ਸੌਦਾ ਕਰਨਾ ਬੰਦੇ ਨਾਲ, ਜਿਹਦੇ ਨਾਲ ਵੀ ਕਰਨਾ, ਫਾਰਮਰ ਨਾਲ ਜਾਂ ਅੱਗੇ ਆਜੜੀ ਨਾਲ ਜਾਂ ਮੰਡੀ ਦੇ ਵਿੱਚ ਜਿਹਦੇ ਨਾਲ ਕਰਦੇ ਹੋ, ਉਸ ਚੀਜ਼ ਨੂੰ ਤੁਹਾਨੂੰ ਮੱਦੇ ਨਜ਼ਰ ਰੱਖਣਾ ਹੈ ਕਿ ਅਗਰ ਮੈਂ ਇੰਨੇ ਦਾ ਖਰੀਦਾਂਗਾ ਤੇ ਮੇਰਾ ਇੰਨੇ ਦਾ ਫੇਲ ਹੋਣਾ, ਮੇਰਾ ਪ੍ਰੋਫਿਟ ਮਾਰਜਨ ਇਹਦੇ 'ਚ ਕੀ ਰਹਿ ਗਿਆ। ਇਹ ਬੇਸਿਕਲੀ ਨੁਕਸਾਨਾਤ ਨੇ। ਇਹ 3 ਨੁਕਸਾਨਾਤ ਨੂੰ ਮੱਦੇ ਨਜ਼ਰ ਰੱਖ ਕੇ ਤੁਸੀਂ ਕੰਮ ਕਰ ਸਕਦੇ ਹੋ। ਮੈਂ ਨਹੀਂ ਆਂਦਾ ਕਿ ਇਹਦੇ ਵਿੱਚ ਨੂੰ ਫਾਇਦਾ ਨਹੀਂ, ਪ੍ਰੋਫਿਟ ਹੈ, ਲੇਕਿਨ ਜਿਹੜੀ ਗੱਲ ਆਖੀ ਜਾਂਦੀ ਹੈ ਜਨਾਬ ਪੈਸੇ ਡਬਲ ਹੋ ਜਾਣਗੇ, ਲੱਖਾਂ ਰੁਪਏ ਕਮਾਏ ਜਾਣਗੇ, ਉਹ ਅਡਾਈਜ਼ ਹੀ ਨਹੀਂ। ਲੱਖਾਂ ਕਮਾਉਣ ਵਾਸਤੇ ਪਹਿਲਾਂ ਕਰੋੜਾਂ ਲਾਣੇ ਪੈਣੇ, ਫਿਰ ਲੱਖਾਂ ਆਉਣੇ, ਠੀਕ ਹੈ। ਲਿਹਾਜ਼ਾ ਇਹ ਹਨ ਅੰਦਰ ਦੀਆਂ ਗੱਲਾਂ। ਮੈਂ ਹਾਂ ਕੁਰਬਾਨੀ ਦਾ ਸੀਜ਼ਨ ਹੈ, ਆਪਣੇ ਭਰਾਵਾਂ ਨਾਲ ਵਿਚਲੀਆਂ ਖੁੱਲੀਆਂ ਡੁੱਲੀਆਂ ਗੱਲਾਂ ਕਰਕੇ ਦੱਸ ਛੜਾਂ ਕੀ ਤਰੀਕਾਕਾਰ ਹੈ ਇਹਦਾ। ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤੇ ਭਰਾਵੋ ਵੀਡੀਓ ਦੂਸਰੇ ਭਰਾਵਾਂ ਤੱਕ ਵੀ ਸ਼ੇਅਰ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਔਰ ਕਮੈਂਟ ਵਿੱਚ ਆ ਕੇ ਲਾਜ਼ਮੀ ਚੀਜ਼ ਦੱਸਿਓ ਕਿ ਕਿਹੜੇ ਭਰਾ ਦੇ ਇਲਾਕੇ ਦੇ ਵਿੱਚ ਕਿਹੜੀ ਕਿਹੜੀ ਬਰੀਡ ਚੱਲ ਰਹੀ ਔਰ ਉਹ ਕਿਹੜੀ ਬਰੀਡ ਤੇ ਕੰਮ ਕਰਨਾ ਚਾਹੁੰਦਾ ਹੈ ਵਾਲਾ, ਠੀਕ ਹੈ। ਦੂਸਰੇ ਨੰਬਰ ਤੇ ਇਹ ਵੇ ਕਿ ਨਾਲ ਇਹ ਲਾਜ਼ਮੀ ਦੱਸਿਓ ਕਿ ਜਿਹੜੇ ਭਰਾ ਕਰਨਾ ਚਾਹੁੰਦੇ ਨੇ ਇਹ ਕੰਮ ਪ੍ਰੋਫਿਟ ਮਾਰਜਨ ਤੇ, ਉਹ ਅਗਰ ਚਾਹੁੰਦੇ ਨੇ ਤੇ ਮੈਂ ਉਹਨਾਂ ਨੂੰ ਅਗਲੀ ਵੀਡੀਓ ਦੇ ਵਿੱਚ ਇਹਦਾ ਪ੍ਰੋਪਰ ਹਰਾਕ ਦਾ ਵੀ ਪੂਰਾ ਪ੍ਰੋਟੋਕੋਲ ਦੱਸਦਾ, ਤਾਂ ਕਿ ਨੈਕਸਟ ਵੀਡੀਓ ਖਰਾਕ ਕੇ ਬਣਾ ਦਾਂਗਾ ਤਾਂ ਕਿ ਜਿਹਦੇ ਵਿੱਚ ਉਹਨਾਂ ਦੀ ਆਸਾਨੀ ਪੈਦਾ ਹੋ ਸਕੇ, ਉਹਨਾਂ ਨੂੰ ਪਤਾ ਲੱਗ ਸਕੇ ਕਿ ਇਹਨਾਂ ਨੂੰ ਕਿਸ ਤਰੀਕੇ ਨਾਲ ਕਿਸ ਤਰਤੀਬ ਨਾਲ ਕੀ ਪ੍ਰੋਟੋਕੋਲ ਦੇਣਾ ਹੈ। ਕਿਉਂਕਿ ਨੁਸਖੇ ਪੁਰਾਣੇ ਹੀ ਹੁੰਦੇ ਨੇ, ਠੀਕ ਹੈ, ਲੇਕਿਨ ਬਸ ਉਹਨਾਂ ਦੀ ਤਰਤੀਬ ਹੁੰਦੀ ਹੈ, ਜਿਹੜੀ ਵਪਾਰੀਆਂ ਦੀ ਤਰਤੀਬ ਹੋਰ ਹੁੰਦੀ ਹੈ, ਆਮ ਬੰਦੇ ਦੀ ਤਰਤੀਬ ਹੋਰ ਹੁੰਦੀ ਹੈ। ਤਰਤੀਬ ਦਾ ਫਰਕ ਹੁੰਦਾ ਜਿਹਦੀ ਵਜ੍ਹਾ ਤੋਂ ਜਾਨਵਰ ਦਾ ਰਿਜ਼ਲਟ ਨਜ਼ਰ ਨਹੀਂ ਆਉਂਦਾ। ਲਿਹਾਜ਼ਾ ਅਗਰ ਤੇ ਵੀਰ ਭਰਾ ਚਾਹੁੰਦੇ ਨੇ ਤਾਂ ਮੈਂ ਇਸ ਟੌਪਿਕ ਤੇ ਅਗਲੀ ਵੀਡੀਓ ਬਣਾ ਦਿਆਂ। ਕਮੈਂਟ ਸੈਕਸ਼ਨ 'ਚ ਆ ਕੇ ਮੈਨੂੰ ਲਾਜ਼ਮੀ ਦੱਸਿਓ ਜਿਸ ਭਰਾ ਨੂੰ ਸਮਝ ਆਈਏ, ਫਾਇਦਾ ਪਹੁੰਚਿਆ। ਇਹਦੇ ਨਾਲ ਹੀ ਤੁਹਾਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।